Good morning, students. Today's our topic is type of change in demand. ਇਹ ਬਹੁਤ ਇੰਟਰਸਟਿੰਗ ਤੇ ਈਜ਼ੀ ਟੌਪਿਕ ਹੈ ਇਹ। ਠੀਕ ਹੈ, ਇਹਦੇ 'ਚ ਪੜਾਂਗੇ ਡਿਊ ਟੂ ਚੇਂਜ ਇਨ ਪ੍ਰਾਈਸ ਆਫ ਦਾ ਕਮੋਡਿਟੀ। ਦੂਸਰਾ ਪੜਾਂਗੇ ਆਪਾਂ ਡਿਊ ਟੂ ਚੇਂਜ ਇਨ ਅਦਰ ਦੈਨ ਪ੍ਰਾਈਸ। ਕਨਫਿਊਜ਼ ਹੋ ਰਹੇ ਹੋ? ਆਪਾਂ ਪੜ੍ਹ ਰਹੇ ਹਾਂ ਕਿ ਟਾਈਪ, ਪਹਿਲਾਂ ਪੁਆਇੰਟ ਵੱਲ ਦੇਖੋ ਕੀ ਹੈ। ਟਾਈਪ ਆਫ ਚੇਂਜ ਇਨ ਡਿਮਾਂਡ, ਕਿ ਡਿਮਾਂਡ ਵਿੱਚ ਚੇਂਜ ਕਿਵੇਂ ਹੁੰਦਾ ਹੈ। ਡਿਮਾਂਡ ਵਿੱਚ ਚੇਂਜ ਕਦੋਂ ਹੋਏਗਾ? ਜਦੋਂ ਪ੍ਰਾਈਸ ਵੱਧ ਜਾਏਗੀ, ਡਿਮਾਂਡ ਘਟ ਗਈ, ਚੇਂਜ ਹੋ ਗਿਆ ਨਾ। ਜਾਂ ਪ੍ਰਾਈਸ ਘਟ ਗਈ, ਡਿਮਾਂਡ ਵੱਧ ਗਈ, ਚੇਂਜ ਕਿਹਾ ਨਾ। ਕਿਸੇ ਤਰ੍ਹਾਂ ਵੀ ਹੋ ਸਕਦਾ ਹੈ। ਆਪਾਂ ਜ਼ਰੂਰੀ ਤਾਂ ਨਹੀਂ ਕਿ ਡਿਮਾਂਡ ਜੇ ਘਟੂਗੀ ਤਾਂ ਹੀ ਚੇਂਜ ਹੋਊਗਾ। ਡਿਮਾਂਡ ਵੱਧ ਗਈ ਤਾਂ ਵੀ ਚੇਂਜ ਹੋ ਗਿਆ। ਪ੍ਰਾਈਸ ਘਟ ਗਈ, ਡਿਮਾਂਡ ਵੱਧ ਗਈ, ਚੇਂਜ ਹੋ ਗਿਆ। ਪ੍ਰਾਈਸ ਵੱਧ ਗਈ, ਡਿਮਾਂਡ ਘਟ ਗਈ, ਚੇਂਜ ਹੋ ਗਿਆ। ਠੀਕ ਹੈ, ਇਹ ਤਾਂ ਸੀਗਾ ਕਿ ਅਦਰ ਥਿੰਗਸ ਬੀਇੰਗ ਇਕੁਅਲ। ਜਦੋਂ ਅਦਰ ਥਿੰਗਸ ਬੀਇੰਗ ਇਕੁਅਲ ਮਤਲਬ ਆਪਣੀ ਇਨਕਮ 'ਚ ਕੋਈ ਚੇਂਜ ਨਹੀਂ ਹੋ ਰਿਹਾ, ਫਿਊਚਰ ਐਕਸਪੈਕਟੇਸ਼ਨ 'ਚ ਕੋਈ ਚੇਂਜ ਨਹੀਂ ਹੋ ਰਿਹਾ, ਸਬਜੈਕਟ ਗੁੱਡਸ ਦੇ ਵਿੱਚ ਕੋਈ ਚੇਂਜ ਨਹੀਂ ਹੋ ਰਿਹਾ, ਰਿਲੇਟਡ ਗੁੱਡਸ ਦੇ ਵਿੱਚ ਕੋਈ ਚੇਂਜ ਨਹੀਂ ਹੋ ਰਿਹਾ, ਆਪਣੀ ਹੈਬਿਟ ਦੇ ਵਿੱਚ ਕੋਈ ਚੇਂਜ ਨਹੀਂ ਹੋ ਰਿਹਾ। ਜਿੰਨੇ ਵੀ ਆਪਾਂ ਡਿਟਰਮੀਨੈਂਟ ਫੈਕਟਰ ਪੜ੍ਹੇ ਸੀ ਵੀ ਕਿਸੇ ਦੇ ਵਿੱਚ ਕੋਈ ਚੇਂਜ ਨਹੀਂ ਹੋ ਰਿਹਾ, ਸਭ ਕੁਝ ਕੌਨਸਟੈਂਟ ਹੈ, ਸਿਰਫ ਪ੍ਰਾਈਸ ਦੇ ਵਿੱਚ ਚੇਂਜ ਹੋ ਰਿਹਾ ਵੈ। ਇੱਕ ਕੀ ਹੁੰਦਾ ਵੈ ਕਿ ਕਈ ਵਾਰ ਜ਼ਰੂਰੀ ਤਾਂ ਨਹੀਂ ਹੈ, ਆਪਾਂ ਐਕਸੈਪਸ਼ਨ ਤਾਂ ਪੜ੍ਹੇ ਸੀ ਨਾ, ਉਹਦੇ ਅਕੋਰਡਿੰਗ ਕੀ ਹੁੰਦਾ ਵੈ ਕਿ ਪ੍ਰਾਈਸ ਦੇ ਵਿੱਚ ਕੋਈ ਚੇਂਜ ਨਹੀਂ ਹੋਇਆ ਤਾਂ ਵੀ ਆਪਣੀ ਡਿਮਾਂਡ ਕੀ ਹੈ, ਵੱਧ ਗਈ। ਜਾਂ ਪ੍ਰਾਈਸ ਦੇ ਵਿੱਚ ਤਾਂ ਕੋਈ ਚੇਂਜ ਨਹੀਂ ਹੋਇਆ ਤਾਂ ਵੀ ਸਾਡੀ ਡਿਮਾਂਡ ਵੱਧ ਗਈ। ਕਿਉਂ? ਕਿਉਂਕਿ ਹੈਬਿਟ ਕਰਕੇ। ਪ੍ਰਾਈਸ ਤਾਂ ਉਨੀ ਹੀ ਸੀਗੀ, ਲੇਕਿਨ ਸਾਨੂੰ ਲੱਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਪ੍ਰਾਈਸ ਵੱਧ ਜਾਏਗੀ, ਤਾਂ ਕਰਕੇ ਅਸੀਂ ਆਪਣੀ ਡਿਮਾਂਡ ਅੱਜ ਵਧਾਤੀ। ਸਾਨੂੰ ਲੱਗ ਰਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਪ੍ਰਾਈਸ ਘਟ ਜਾਏਗੀ, ਤਾਂ ਅੱਜ ਜਿੰਨੀ ਪ੍ਰਾਈਸ ਹੈ ਉਸ ਪ੍ਰਾਈਸ 'ਤੇ ਸਾਡੀ ਡਿਮਾਂਡ ਦਾ ਘਟਣਾ ਹੋ ਸਕਦਾ ਨਾ ਐਵੇਂ। ਜਾਂ ਆਪਣੀ ਹੈਬਿਟ ਹੋ ਗਈ, ਠੀਕ ਹੈ, ਜਾਂ ਆਪਣੀ ਇਨਕਮ ਚੇਂਜ ਹੋ ਗਈ। ਪ੍ਰਾਈਸ ਤਾਂ ਉਨੀ ਹੀ ਹੈ, ਸਾਡੀ ਡਿਮਾਂਡ ਵੱਧ ਗਈ। ਸਾਡੀ ਡਿਮਾਂਡ ਕਿਉਂ ਵੱਧ ਗਈ? ਕਿਉਂਕਿ ਸਾਡੀ ਇਨਕਮ ਵੱਧ ਗਈ। ਪ੍ਰਾਈਸ ਤਾਂ ਕਿਸ ਚੀਜ਼ ਦੀ ਉਨੀ ਹੀ ਹੈ, ਸਾਡੀ ਡਿਮਾਂਡ ਘਟ ਗਈ। ਪ੍ਰਾਈਸ ਤਾਂ ਪਹਿਲਾਂ ਵੀ ਪੋਟੈਟੋ ਹੈ 5 ਰੁਪਏ ਕਿਲੋ ਹੀ ਸੀ, ਪਰ ਅਸੀਂ ਅੱਜ ਘੱਟ ਖਰੀਦਣ ਲੱਗ ਗਏ। ਕਿਉਂ ਖਰੀਦਣ ਲੱਗ ਗਏ? ਕਿਉਂਕਿ ਸਾਡੀ ਇਨਕਮ ਘਟ ਗਈ। ਜਾਂ ਐਪਲ ਲੈ ਲਓ, ਪਹਿਲਾਂ ਅਸੀਂ ਐਪਲ ਬਹੁਤ ਖਾਂਦੇ ਸੀਗੇ, ਠੀਕ ਹੈ, ਪਰ ਹੁਣ ਐਪਲ ਪਹਿਲਾਂ ਵੀ 100 ਰੁਪਏ ਕਿਲੋ ਸੀ ਅਤੇ ਅੱਜ ਵੀ 100 ਰੁਪਏ ਕਿਲੋ ਹੀ ਹੈ। ਪਰ ਅੱਜ ਸਾਡੀ ਡਿਮਾਂਡ ਘਟ ਗਈ। ਐਪਲ ਅੱਜ ਵੀ 100 ਰੁਪਏ ਕਿਲੋ ਹੀ ਹੈ, ਪਰ ਸਾਡੀ ਡਿਮਾਂਡ ਘਟ ਗਈ। ਕਿਉਂ ਘਟ ਗਈ? ਕਿਉਂਕਿ ਸਾਡੀ ਇਨਕਮ ਘਟ ਗਈ। ਹੁਣ ਸਾਡੀ ਇਨਕਮ ਇੰਨੀ ਨਹੀਂ ਹੈਗੀ ਕਿ ਅਸੀਂ ਐਪਲ ਖਾ ਸਕੀਏ, ਅਸੀਂ ਸਿਰਫ ਜ਼ਰੂਰਤ ਦੀਆਂ ਚੀਜ਼ਾਂ ਹੀ ਖਾਂਦੇ ਹਾਂ। ਠੀਕ ਹੈ, ਹੁਣ ਪ੍ਰਾਈਸ ਐਪਲ ਦੀ 100 ਰੁਪਏ ਹੀ ਹੈ, ਸਾਡੀ ਡਿਮਾਂਡ ਵੱਧ ਗਈ। ਕਿਉਂ? ਕਿਉਂਕਿ ਜਿਹੜੇ ਪਹਿਲਾਂ ਐਪਲ ਨਹੀਂ ਖਾਂਦੇ ਸੀ, ਇਨਕਮ ਘੱਟ ਹੋਣ ਕਰਕੇ, ਹੁਣ ਉਹ ਵੀ ਐਪਲ ਖਾ ਰਹੇ ਨੇ। ਕਿਉਂ ਖਾ ਰਹੇ ਨੇ? ਕਿਉਂਕਿ ਉਹਨਾਂ ਦੀ ਇਨਕਮ ਕੀ ਹੈ, ਵੱਧ ਗਈ। ਕਲੀਅਰ ਹੋ ਗਿਆ ਕਿ ਕਈ ਵਾਰ ਕੀ ਹੈ, ਆਪਣੀ ਇਨਕਮ ਵੱਧ ਗਈ ਤਾਂ ਸਾਡੀ ਡਿਮਾਂਡ ਵੱਧ ਗਈ। ਪ੍ਰਾਈਸ ਤਾਂ ਉਨੀ ਹੀ ਹੈ, ਪ੍ਰਾਈਸ ਤਾਂ ਪਹਿਲਾਂ ਵੀ 100 ਰੁਪਏ ਸੀ, ਅੱਜ ਵੀ 100 ਰੁਪਏ ਹੀ ਹੈ। ਹੁਣ ਇਹਨਾਂ ਨੂੰ ਆਪਾਂ ਨਾਮ ਦੇਵਾਂਗੇ ਅਲੱਗ-ਅਲੱਗ। ਠੀਕ ਹੈ, ਹੁਣ ਕੀ ਹੋਇਆ ਕਿ ਇੱਥੋਂ ਦੱਸਦੀ ਤੁਹਾਨੂੰ ਪਹਿਲਾਂ। ਇੱਕ ਹੁੰਦਾ ਐਕਸਟੈਂਸ਼ਨ ਆਫ ਡਿਮਾਂਡ, ਕੰਟਰੈਕਸ਼ਨ ਆਫ ਡਿਮਾਂਡ। ਇੱਕ ਹੁੰਦਾ ਇੰਕਰੀਜ਼ ਇਨ ਡਿਮਾਂਡ, ਡਿਕਰੀਜ਼ ਇਨ ਡਿਮਾਂਡ। ਕਨਫਿਊਜ਼ ਨਾ ਹੋਣ ਲਈ ਤੁਹਾਨੂੰ ਮੈਂ ਦੱਸਦੀ ਹਾਂ। ਐਕਸਟੈਂਸ਼ਨ, ਐਕਸਟੈਂਸ਼ਨ ਇਹਦਾ ਮਤਲਬ ਵੀ ਹੁੰਦਾ ਵੈ ਵਧਣਾ। ਇੰਕਰੀਜ਼ ਇਹਦਾ ਮਤਲਬ ਵੀ ਕੀ ਹੁੰਦਾ ਹੈ, ਵਧਣਾ। ਐਕਸਟੈਂਸ਼ਨ ਦਾ ਮਤਲਬ ਵੀ ਵਧਣਾ ਵੈ, ਇੰਕਰੀਜ਼ ਦਾ ਮਤਲਬ ਵੀ ਵਧਣਾ ਵੈ। ਲੇਕਿਨ ਹੁਣ ਇਕਨੋਮਿਕਲੀ ਦੋਵਾਂ ਦਾ ਮੀਨਿੰਗ ਅਲੱਗ-ਅਲੱਗ ਹੈ। ਠੀਕ ਹੈ, ਆਪਣੀ ਆਮ ਲੈਂਗੁਏਜ ਦੇ ਵਿੱਚ ਤਾਂ ਦੋਵਾਂ ਦਾ ਮਤਲਬ ਸੇਮ ਹੈ। ਐਕਸਟੈਂਸ਼ਨ ਦਾ ਮਤਲਬ ਵੀ ਵਧਣਾ, ਇੰਕਰੀਜ਼ ਦਾ ਮਤਲਬ ਵੀ ਵਧਣਾ ਹੈ। ਬਟ ਐਕਸਟੈਂਸ਼ਨ ਦਾ ਮਤਲਬ ਵਧਣ ਦਾ ਮਤਲਬ ਆਊਗਾ ਜਦੋਂ ਪ੍ਰਾਈਸ ਘਟ ਗਈ, ਡਿਮਾਂਡ ਵੱਧ ਗਈ। ਉਲਟ ਨਹੀਂ ਕਰ ਦੇਣਾ, ਇਹਦੇ 'ਚ ਇੱਕ ਆਹੀ ਟਾਈਪ ਲੈ ਕੇ ਚੱਲਣਾ ਹੈ। ਇਹਦੇ ਵਿੱਚ ਆਪਾਂ ਨਹੀਂ ਲਿਖ ਸਕਦੇ ਕਿ ਪ੍ਰਾਈਸ ਘਟ ਗਈ, ਉਹ ਸੋਰੀ ਪ੍ਰਾਈਸ ਵੱਧ ਗਈ, ਡਿਮਾਂਡ ਘਟ ਗਈ। ਇਹ ਨਹੀਂ ਲਿਖ ਸਕਦੇ, ਇਹ ਰੋਂਗ ਹੈ। ਉਹ ਤੁਹਾਨੂੰ ਦਿਖਿਆ ਨਹੀਂ ਸੱਚ। ਇਹਦੇ 'ਚ ਆਪਾਂ ਨਹੀਂ ਲਿਖ ਸਕਦੇ ਕਿ ਪ੍ਰਾਈਸ ਵੱਧ ਗਈ, ਡਿਮਾਂਡ ਘਟ ਗਈ। ਇਹ ਇਹਦੇ 'ਚ ਨਹੀਂ ਆਏਗਾ ਐਕਸਟੈਂਸ਼ਨ ਦੇ ਵਿੱਚ, ਕਿਉਂਕਿ ਐਕਸਟੈਂਸ਼ਨ ਆਫ ਡਿਮਾਂਡ ਦਾ ਮਤਲਬ ਆਪਾਂ ਦਿਖਾਉਣਾ ਹੈ ਕਿ ਸਾਡੀ ਮੰਗ ਵੱਧ ਰਹੀ ਹੈ। ਸਾਡੀ ਮੰਗ ਕਦੋਂ ਵਧੂਗੀ? ਜਦੋਂ ਪ੍ਰਾਈਸ ਘਟੂਗੀ। ਜੇ ਆਪਾਂ ਲਿਖਤਾ ਕਿ ਪ੍ਰਾਈਸ ਵੱਧ ਗਈ, ਡਿਮਾਂਡ ਘਟ ਗਈ, ਤਾਂ ਡਿਮਾਂਡ ਘਟ ਗਈ। ਇਹ ਤਾਂ ਹੋਇਆ ਨਹੀਂ ਨਾ। ਇਹ ਆਪਾਂ ਦੂਜੇ ਪੁਆਇੰਟ 'ਚ ਕਰਾਂਗੇ, ਕਲੀਅਰ ਹੋ ਜਾਊਗਾ। ਐਕਸਟੈਂਸ਼ਨ ਆਫ ਡਿਮਾਂਡ ਦਾ ਮਤਲਬ ਕਿ ਸਾਡੀ ਡਿਮਾਂਡ ਵਧੀ ਹੈ, ਸਾਡੀ ਡਿਮਾਂਡ ਉਦੋਂ ਵਧੂਗੀ ਜਦੋਂ ਸਾਡੀ ਪ੍ਰਾਈਸ ਘਟ ਗਈ। ਇਹਨੂੰ ਤਾਂ ਬੋਲਦੇ ਨੇ ਐਕਸਟੈਂਸ਼ਨ ਆਫ ਡਿਮਾਂਡ। ਇੰਕਰੀਜ਼ ਦਾ ਮਤਲਬ ਵੀ ਇਹੀ ਹੁੰਦਾ ਹੈ ਕਿ ਡਿਮਾਂਡ ਵੱਧ ਗਈ, ਲੇਕਿਨ ਇਹਦੇ ਵਿੱਚ ਡਿਮਾਂਡ ਵਧੀ ਹੈ, ਪ੍ਰਾਈਸ ਵਧੀ ਹੈ ਇਸ ਕਰਕੇ ਨਹੀਂ। ਇਹਦੇ 'ਚ ਤਾਂ ਪ੍ਰਾਈਸ ਕੌਨਸਟੈਂਟ ਹੀ ਹੈ। ਸਾਡੀ ਡਿਮਾਂਡ ਵਧੀ ਹੈ ਕਿਉਂਕਿ ਸਾਡੀ ਇਨਕਮ ਵੱਧ ਗਈ। ਯਾਨੀ ਕਿ ਅਦਰ ਫੈਕਟਰਸ ਜਿਹੜੇ ਆਪਾਂ ਰਿਮੇਨ ਕੌਨਸਟੈਂਟ ਮੰਨੇ ਸੀ ਨਾ, ਆਪਾਂ ਕਹਿੰਦੇ ਸੀ ਅਦਰ ਫੈਕਟਰ ਬੀਇੰਗਸ ਰਿਮੇਨ ਕੌਨਸਟੈਂਟ, ਉਹ ਇਹਦੇ 'ਚ ਚੇਂਜੇਬਲ ਨੇ। ਇਹਦੇ 'ਚ ਪ੍ਰਾਈਸ ਕੌਨਸਟੈਂਟ ਹੈ। ਇਹਦੇ 'ਚ ਡਿਮਾਂਡ ਵੱਧਦੀ ਹੈ ਕਿਉਂਕਿ ਅਦਰ ਫੈਕਟਰਸ ਰਿਮੇਨ ਕੌਨਸਟੈਂਟ। ਜਿਹੜੇ ਫੈਕਟਰਸ ਅਸੀਂ ਕੌਨਸਟੈਂਟ ਮੰਨੇ ਸੀ ਉਹ ਚੇਂਜੇਬਲ ਨੇ ਅਤੇ ਪ੍ਰਾਈਸ ਕੌਨਸਟੈਂਟ ਹੈ। ਐਕਸਟੈਂਸ਼ਨ ਆਫ ਡਿਮਾਂਡ ਦੇ ਵਿੱਚ ਅਦਰ ਫੈਕਟਰਸ ਕੌਨਸਟੈਂਟ ਨੇ, ਬੀਇੰਗ ਇਕੁਅਲ ਨੇ, ਸਿਰਫ ਪ੍ਰਾਈਸ ਦੇ ਵਿੱਚ ਚੇਂਜ ਹੋਈ ਹੈ, ਤਾਂ ਕਰਕੇ ਮੰਗ ਵਧੀ ਹੈ। ਕਨਫਿਊਜ਼ ਤਾਂ ਨਹੀਂ ਹੋ ਰਹੀ ਨਾ? ਕਨਫਿਊਜ਼ਨ ਵਾਲੀ ਕੋਈ ਗੱਲ ਨਹੀਂ ਹੈਗੀ। ਐਕਸਟੈਂਸ਼ਨ ਆਫ ਡਿਮਾਂਡ ਦੇ ਵਿੱਚ ਡਿਮਾਂਡ ਵਧੂਗੀ ਕਿਉਂਕਿ ਪ੍ਰਾਈਸ ਘਟ ਗਈ। ਇੰਕਰੀਜ਼ ਇਨ ਡਿਮਾਂਡ ਦੇ ਵਿੱਚ ਡਿਮਾਂਡ ਵਧੂਗੀ ਕਿਉਂਕਿ ਸਾਡੀ ਇਨਕਮ ਵੱਧ ਗਈ, ਸਾਡੀ ਹੈਬਿਟਸ ਚੇਂਜ ਹੋ ਗਿਆ। ਸਾਨੂੰ ਲੱਗ ਰਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਪ੍ਰੋਡਕਟ ਦੀ ਪ੍ਰਾਈਸ ਬਹੁਤ ਵੱਧ ਜੂਗੀ, ਜਿਹਦੇ ਕਰਕੇ ਅਸੀਂ ਆਪਣੀ ਉਹਦੀ ਡਿਮਾਂਡ ਵਧਾਤੀ। ਕੋਈ ਵੀ ਰੀਜ਼ਨ ਹੋ ਸਕਦਾ ਵੈ, ਉਹਨੂੰ ਬੋਲਦੇ ਨੇ ਇੰਕਰੀਜ਼ ਇਨ ਡਿਮਾਂਡ। ਹੁਣ ਜਦੋਂ ਪੇਪਰ ਦੇ ਵਿੱਚ ਇੰਕਰੀਜ਼ ਇਨ ਡਿਮਾਂਡ ਆ ਜਾਂਦਾ ਹੈ ਤਾਂ ਅਸੀਂ ਲਿਖਾਂਗੇ ਕਿ ਅਦਰ ਫੈਕਟਰਸ ਦੇ ਵਿੱਚ ਚੇਂਜ ਹੋਇਆ ਹੈ ਅਤੇ ਪ੍ਰਾਈਸ ਸੇਮ ਹੈ। ਠੀਕ ਹੈ,
प्राइस सेम है, ठीक है, ड्यू टू चेंज इन अदर दैन प्राइस, ड्यू टू की लिखांगे, ड्यू टू चेंज इन अदर्स दैन प्राइस, प्राइस नालों नहीं चेंज हुई, साडी की है अदर फैक्टर्स चेंज हुए नहीं, तो एक्सटेंशन इन डिमांड दे विच की है प्राइस चेंज हुई है। कन्फ्यूज तो नहीं है ना, नहीं, ठीक है। चलो जिवें जिवें पढ़ाऊँगी उवें उवें दसूँगी तां जो तुसीं कन्फ्यूज ना होवे। अज आपां करांगे एक्सटेंशन ते इहदा ही उल्ट करांगे कॉन्ट्रैक्शन, तां जो तुसीं कन्फ्यूज ना हो। कॉन्ट्रैक्शन का मतलब की हुंदा है घटना, एक्सटेंशन का मतलब की हुंदा वै वधना। डिमांड वध गई, इहदे च डिमांड वधूगी, कॉन्ट्रैक्शन का मतलब हुंदा है घटना, इहदे विच डिमांड घटूगी। हुण मैं पहले कहा सी एक्सटेंशन प्राइस नाल रिलेट हुंदी है, प्राइस घट गई डिमांड वध गई, कॉन्ट्रैक्शन का मतलब डिमांड घटी है, डिमांड कदों घटूगी जदों प्राइस वध जाणगे। क्लीयर। कॉन्ट्रैक्शन का मतलब भी घटना, एक्सटेंशन का मतलब वधना, वधना मतलब डिमांड कदों वधूगी जदों प्राइस घटूगी, क्योंकि एक्सटेंशन किहदे नाल रिलेट है प्राइस नाल, ठीक है। कॉन्ट्रैक्शन का मतलब घटना, डिमांड घटूगी जदों प्राइस वध जूगी, क्योंकि एक्सटेंशन ते कॉन्ट्रैक्शन दोनों किहदे नाल रिलेट ने प्राइस नाल, ठीक है। इंक्रीज डिक्रीज वाला आपां कल कर लांगे तां जो तुसीं कन्फ्यूज ना हो, ठीक है। करिए हुण आपां, चलो पहला पॉपुलर टॉपिक करांगे अज, ड्यू टू चेंज इन प्राइस ऑफ द कमोडिटी, जो कमोडिटी की प्राइस के चेंज हो जाते हैं, अदर फैक्टर्स रिमेनिंग द सेम, अदर फैक्टर्स की रहनगे सेम रहनगे, तो एक्सटेंशन ऑफ डिमांड एंड कॉन्ट्रैक्शन ऑफ डिमांड। चलो ड्यू टू चेंज इन द कमोडिटी ऑफ प्राइस अदर फैक्टर्स दैन रिमेन, एक्सटेंशन ऑफ डिमांड की आ जाएगा। हुण इहदे टेबल बनया है, प्राइस देखो पहले कितनी सी 12,000 सी, तो क्वांटिटी कितनी सी 15 यूनिट्स, प्राइस घट के 8,000 होगी, तो साडी डिमांड वध के कितनी होगी 20 यूनिट्स होगी, ठीक है। इनू लिखोगे किवें, एन एक्सटेंशन ऑफ डिमांड इज एन राइज इन द क्वांटिटी डिमांड बिकॉज द प्राइस हैज़ चेंज्ड अदर फैक्टर्स रिमेनिंग द सेम, कि साडी डिमांड वध गई, साडी डिमांड क्यों वध गई, क्योंकि प्राइस दे विच चेंज हो गया, प्राइस घट गई, तो अदर फैक्टर्स रिमेनिंग द सेम, ये जरूर कहना है कि अदर फैक्टर्स रिमेनिंग कॉन्सटेंट। हुण इनू आपां ग्राफिकली देखते हैं, हुण तुहानूं बना के दिखाऊंगी, आपां डायग्राम्स कितनी बार बना लिया, आपां टेबल आही लिया सी ना कि प्राइस 12,000, ठीक है। हुण टेबल्स देखो 8 ते 4, ठीक है। हुण देखो इहदे विच इन्हां नीचों एवें करता ना एरो पाता, क्योंकि डिस्टेंस आपां सेम नहीं लै रहे, इत्थे 8,000 लै रहे, उपर 4,000 का डिस्टेंस है 4,000 है, तां करके इन्हां नूं एवें क्रॉस करता, जिवें मर्जी कर दो तुहाडी इच्छा है, ठीक है। 8,000 ते साडी डिमांड कितनी होगी 20 यूनिट्स, पहला कितनी सी 12,000 ते असीं कितनी डिमांड कर रहे सीगे 15 यूनिट्स की, जो प्राइस घट के 8,000 रह गई, तो साडी डिमांड वध के कितनी होगी 20,000, ठीक है। पहला असीं किहड़े पॉइंट ते सी, ये देखो आ ध्यान नाल समझण वाला, तुहानूं मैं बना के दिखानी है। चलो एक्स वाई प्राइस क्वांटिटी 0, पहला साडी जो प्राइस कितनी सीगी 12,000, तो असीं डिमांड कर रहे सीगे 15 यूनिट्स की, ठीक है। ये लाइन नाल अपना पॉइंट की है आवला आ गया, आवली लाइन बन गई ना। हुण की होया कि प्राइस घट गई, प्राइस घटन दे नाल साडी डिमांड की है वध गई, ठीक है। ये 20 यूनिट्स हो गई ना, प्राइस घट गई डिमांड वध गई। हुण किहड़े पॉइंट ते आ गया, पहला असीं ए पॉइंट ते सी, हुण असीं किहड़े पॉइंट ते आ गए बी पॉइंट ते, जाने कि असीं की है डाउनवर्ड की हो गए, शिफ्ट हो गए, मूव किया है ए टू बी पॉइंट, इनू बोलते हैं मूव करना, क्योंकि आप इक्को लाइन पर मूव करके ना हिल पे, पहला असीं ए पॉइंट ते सीगे, हुण असीं किहड़े पॉइंट ते आ गए बी पॉइंट ते। ये तां करी याद रखना है कि शिफ्टिंग दे विच की हुंदा है कि असीं ए पॉइंट तो डाउनवर्ड वाले पासे बी पॉइंट ते की कर गए मूव कर गए, क्योंकि एक शिफ्ट वाला पॉइंट भी आऊगा, वो आपां इंक्रीज विच करांगे, ਤਾਂ ਤੁਹਾਨੂੰ ਕਹਿ ਰਹੀ ਹਾਂ कि इनू मूव करना बोलता। तुसीं आप ही देख लो, तुसीं इक्को लाइन दे विचों इक्को लाइन तो ए पॉइंट जगह टुट के बी ते चले गए, मूव कर गए, ठीक है। क्लीयर हो गई डायग्राम। हुण एन एक्सटेंशन ऑफ डिमांड E1 टू E2 हो गया डायग्राम के अकॉर्डिंग। इज एन राइज इन द क्वांटिटी डिमांड बिकॉज द प्राइस हैज़ चेंज अदर फैक्टर्स मीनिंग द कॉन्स्टेंट, सेम वही पॉइंट है। क्लीयर हो गया एक्सटेंशन ऑफ डिमांड, हुण तां तुहानूं समझ आउण लग गई होगी। हुण आपां करांगे कॉन्ट्रैक्शन ऑफ डिमांड, उल्ट हो जाएगा, डायग्राम सेम बनेगी, एरो चेंज होणगे बस गले। हाँ जी, इहदे च क्या आएगा ड्यू टू चेंज इन प्राइस ऑफ कमोडिटी, प्राइस विच चेंजिस होणगे, इहदे च उल्ट हो जाएगा। हुण की होया कि सेम वही फिगर लित्ती आपां, पहला प्राइस 12,000 सी, तो साडी डिमांड कितनी सीगी 15 यूनिट्स, हुण साडी प्राइस वध के 15,000 होगी, तो साडी डिमांड घट के कितनी होगी 10 यूनिट्स होगी, ठीक है। क्लीयर। इनकी हुण ग्राफिकल रिप्रैजेंटेशन देख लो, हुण आ देखो इन तो उल्ट जाऊगा, इहदे ते बने ना, तो बिल्कुल सामने बनाने हुण तुहानूं क्लीयर हो जाएगा। पहला प्राइस कितनी सी पी पॉइंट ते सी, इहदे ते कर रहे सी, पी तो इन्नी सी, तो डिमांड साडी कितनी सी वो क्यों सी, हुण की होया असी एस पॉइंट ते सीगे, ए ते सी ना, इहदे ते सी, हुण प्राइस वध गई, डिमांड की होगी घट गई, हुण असी उपर वाले पासे चले गए। इहदे विच की होया सीगा
ਐਕਸਟੈਂਸ਼ਨ ਦੇ ਵਿੱਚ ਕੀ ਹੋਇਆ ਸੀ, ਅਸੀਂ A ਤੋਂ ਹੇਠਾਂ ਵਾਲੇ ਪਾਸੇ ਆਏ ਸੀ, ਇਹਦੇ ਵਿੱਚ ਅਸੀਂ ਕੀ ਚਲੇ ਗਏ, A ਤੋਂ ਉੱਪਰ ਵਾਲੇ ਪਾਸੇ ਚਲੇ ਗਏ। ਇਹ ਪਹਿਲਾਂ A ਤੇ ਸੀ, ਉੱਪਰ ਵਾਲੇ ਪਾਸੇ ਗਏ, ਇਹਦੇ ਵਿੱਚ ਹੇਠਾਂ ਵਾਲੇ ਪਾਸੇ ਆਏ। MCQ ਦੇ ਵਿੱਚ ਕੁਐਸਚਨ ਆ ਜਾਂਦੇ ਹੁੰਦੇ ਆ, ਐਕਸਟੈਂਸ਼ਨ ਆਫ ਡਿਮਾਂਡ ਦੇ ਵਿੱਚ ਕਿੱਧਰਲੇ ਪਾਸੇ ਜਾਂਦੇ ਆ, ਅਸੀਂ ਡਾਊਨਵਰਡ ਜਾਂਦੇ ਹਾਂ, ਕਿ ਐਕਸਟੈਂਸ਼ਨ ਆਫ ਡਿਮਾਂਡ ਦੇ ਵਿੱਚ ਅਸੀਂ ਡਾਊਨਵਰਡ ਆਉਂਦੇ ਹਾਂ, ਠੀਕ ਹੈ, ਤੇ ਲੇਕਿਨ ਕੰਟਰੈਕਸ਼ਨ ਆਫ ਡਿਮਾਂਡ ਦੇ ਵਿੱਚ ਅਸੀਂ ਕੀ ਹੈ, ਅਪਵਰਡ ਜਾਂਦੇ ਹਾਂ। ਕਲੀਅਰ ਹੋ ਗਿਆ ਸਾਰਿਆਂ ਨੂੰ। ਦੇਖੋ ਐਰੋ, ਤੁਸੀਂ ਵੀ ਐਵੇਂ ਪ੍ਰੋਪਰ ਐਰੋ ਬਣਾ ਕੇ ਦਿਖਾਉਣਾ ਵਾ ਸਾਰਿਆਂ ਨੇ, ਠੀਕ ਹੈ। ਇੱਧਰ ਅਸੀਂ ਇੱਧਰਲੇ ਪਾਸੇ ਆਏ ਸੀ, ਇੱਧਰ ਅਸੀਂ ਉੱਪਰ ਜਾ ਰਹੇ ਹਾਂ, ਬੁੱਕ ਤੇ ਪ੍ਰੋਪਰ ਐਰੋ ਬਣਾਉਣੇ ਆ, ਇੱਧਰ ਜਾ ਰਹੇ ਹਾਂ, ਇੱਧਰ ਪ੍ਰਾਈਸ ਘਟੀ ਸੀ, ਘਟ ਕੇ ਨੀਚੇ ਆਈ ਸੀ, ਡਿਮਾਂਡ ਵੱਧ ਗਈ ਸੀ। ਇੱਧਰ ਕੀ ਹੋਇਆ, ਪ੍ਰਾਈਸ ਵੱਧ ਗਈ, ਡਿਮਾਂਡ ਕੀ ਹੋ ਗਈ, ਘਟ ਗਈ। ਇੱਧਰ ਅਸੀਂ ਉੱਪਰ ਵਾਲੇ ਅਪਵਰਡ ਵਾਲੇ ਪਾਸੇ ਜਾ ਰਹੇ ਹਾਂ, ਇੱਧਰ ਅਸੀਂ ਕੀ ਹੈ, ਡਾਊਨਵਰਡ ਵਾਲੇ ਪਾਸੇ ਆ ਰਹੇ ਹਾਂ, ਠੀਕ ਹੈ। ਇਹ ਸੀ ਤੁਹਾਡਾ ਐਕਸਟੈਂਸ਼ਨ ਤੇ ਕੰਟਰੈਕਸ਼ਨ ਆਫ ਡਿਮਾਂਡ। ਤੇ ਬੁੱਕ ਦੇ ਵਿੱਚ ਪ੍ਰੋਪਰ ਡਾਇਗਰਾਮ ਦੀ ਐਕਸਪਲੇਨੇਸ਼ਨ ਕਰ ਲੈਣੀ ਹੈ ਕਿ O ਐਕਸਿਸ ਤੇ ਡਿਮਾਂਡ ਲੈ ਰਹੇ ਹਾਂ, OY ਤੇ ਅਸੀਂ ਪ੍ਰਾਈਸ ਲੈ ਰਹੇ ਹਾਂ, EE ਕਰਵ ਕੀ ਹੈ, ਡਿਮਾਂਡ ਕਰਵ ਹੈ, E1 ਪੁਆਇੰਟ ਤੋਂ ਅਸੀਂ E2 ਤੇ ਸ਼ਿਫਟ ਹੋ ਰਹੇ ਹਾਂ। ਕਿਉਂ ਹੋ ਰਹੀ ਹੈ, ਕਿਉਂਕਿ ਪ੍ਰਾਈਸ ਕੀ ਸੀਗੀ ਕਿ ਇਨਕਰੀਜ਼ ਹੋ ਗਈ। ਪ੍ਰਾਈਸ ਪਹਿਲਾਂ P ਪੁਆਇੰਟ ਤੇ ਸੀਗਾ 12,000 ਤੇ ਸੀ, ਜਦੋਂ ਪ੍ਰਾਈਸ ਵੱਧ ਕੇ 15,000 ਪਰ ਹੋ ਗਈ ਤਾਂ ਸਾਡੀ ਡਿਮਾਂਡ ਕੀ ਹੈ, ਡਿਕਰੀਜ਼ ਹੋ ਕੇ Q15 ਤੋਂ Q10 ਯੂਨਿਟਸ ਹੋ ਗਈ, ਠੀਕ ਹੈ। ਐਵੇਂ ਪ੍ਰੋਪਰ ਡਾਇਗਰਾਮ ਦੀ ਤੁਸੀਂ ਕੀ ਹੈ, ਐਕਸਪਲੇਨੇਸ਼ਨ ਕਰ ਦੇਣੀ ਹੈ। ਤੇ ਜੇ ਕਿਸੇ ਨੂੰ ਕੋਈ ਵੀ ਡਾਊਟ ਹੋਇਆ ਤਾਂ ਉਹ ਤੁਸੀਂ ਮੇਰੇ ਤੋਂ ਕਲੀਅਰ ਕਰ ਲੈਣੇ ਆ, ਠੀਕ ਹੈ। ਹੁਣ ਇਹਦੇ ਦੇਖੋ ਐਕਸਟੈਂਸ਼ਨ ਆਫ ਡਿਮਾਂਡ ਤੇ ਕੰਟਰੈਕਸ਼ਨ ਆਫ ਡਿਮਾਂਡ ਦੇ ਵਿੱਚ ਕੀ ਪੜਿਆ ਸੀ, ਆਰ ਡਿਊ ਟੂ ਚੇਂਜ ਇਨ ਪ੍ਰਾਈਸ ਆਫ ਦਾ ਕਮੋਡਿਟੀ। ਦੋਵੇਂ ਕੀ ਹੈ, ਪ੍ਰਾਈਸ ਦੇ ਵਿੱਚ ਚੇਂਜ ਹੋਣ ਨਾਲ ਚੇਂਜ ਹੋ ਜਾਂਦੇ ਨੇ। ਦੀ ਚੇਂਜ ਟੇਕਨ ਪਲੇਸ ਔਨ ਦਾ ਸੇਮ ਡਿਮਾਂਡ ਕਰਵ, ਮੂਵਮੈਂਟ ਅਲੋਂਗ ਦਾ ਡਿਮਾਂਡ ਕਰਵ। ਦੋਵੇਂ ਕੀ ਹੈ, ਇੱਕ ਮੂਵਮੈਂਟ ਡਾਇਗਰਾਮ ਹੁੰਦੇ, ਦੋਵੇਂ ਕੀ ਹੈ, ਡਾਇਗਰਾਮ ਦੇ ਵਿੱਚ ਮੂਵ ਕਰਦੇ ਨੇ। ਇਹ ਵੀ A ਤੋਂ B ਤੇ ਮੂਵ ਕੀਤਾ, ਇਹ ਵੀ ਉਸੇ ਇੱਕੋ ਲਾਈਨ ਤੇ ਕੀ ਹੈ, ਮੂਵ ਕੀਤੇ ਨੇ। ਲੇਕਿਨ ਇਹ ਕੀ ਹੇਠਾਂ ਵਾਲੇ ਪਾਸੇ ਮੂਵ ਕਰਦਾ, ਇਹ ਕੀ ਹੈ, ਉੱਪਰ ਵਾਲੇ ਪਾਸੇ ਮੂਵ ਕਰਦਾ। ਐਕਸਟੈਂਸ਼ਨ ਕੀ ਹੈ, ਡਾਊਨਵਰਡ ਮੂਵ ਕਰਦਾ, ਤੇ ਜਿਹੜੀ ਕੰਟਰੈਕਸ਼ਨ ਹੈ ਉਹ ਕੀ ਹੈ, ਅਪਵਰਡ ਮੂਵ ਕਰਦਾ। ਲੀਡ ਟੂ ਚੇਂਜ ਔਨ ਕੁਆਂਟਿਟੀ ਡਿਮਾਂਡ, ਠੀਕ ਹੈ। ਬਾਕੀ ਹੁਣ ਆਪਾਂ ਕੀ ਹੈ, ਇੰਕਰੀਜ਼ ਤੇ ਡਿਕਰੀਜ਼ ਦਾ ਟੋਪਿਕ ਆਪਾਂ ਕੱਲ ਪੜਾਂਗੇ, ਠੀਕ ਹੈ। ਧਿਆਨ ਨਾਲ ਸਮਝਣਾ, ਕੋਈ ਵੀ ਡਾਊਟ ਹੋਇਆ ਤਾਂ ਕਲੀਅਰ ਕਰ ਲੈਣਾ ਹੈ। ਇੱਕ ਇੰਪੋਰਟੈਂਟ ਗੱਲ ਕਿ ਕਮਰਸ ਵਾਲੇ ਸਟੂਡੈਂਟਸ ਉਹ ਸੁਣਨਗੇ, ਕਮਰਸ ਦੇ ਸਟੂਡੈਂਟਸ ਤੁਹਾਨੂੰ ਪਤਾ ਹੀ ਹੋਏਗਾ ਕਿ ਤੁਸੀਂ MOP ਤੇ ਬਿਜ਼ਨਸ ਇਕਨੋਮਿਕਸ ਦੇ ਵਿੱਚੋਂ ਇੱਕ ਸਬਜੈਕਟ ਚੂਜ਼ ਕਰਨਾ ਹੈ। ਅੱਗੇ ਤਾਂ ਹੁੰਦਾ ਸੀ, ਕੰਪਲਸਰੀ ਹੁੰਦੇ ਸੀ MOP ਵੀ ਤੇ ਇਕਨੋਮਿਕਸ ਵੀ, ਲੇਕਿਨ ਹੁਣ ਇਸ ਤੁਹਾਡੇ ਲਈ ਕੀ ਹੈ, ਚੂਜ਼ ਕਰਨਾ ਹੈ ਕਿ ਤੁਸੀਂ ਇਕਨੋਮਿਕਸ ਪੜ੍ਹਨੀ ਹੈ ਜਾਂ MOP ਪੜ੍ਹਨੀ ਹੈ। ਤੁਹਾਡੀ ਇੱਛਾ ਹੈ। MOP ਥੋੜਾ ਠੀਕ ਹੈ, ਪ੍ਰੈਕਟੀਕਲ ਸਬਜੈਕਟ ਹੈ, ਲੇਕਿਨ ਇਕਨੋਮਿਕਸ ਤੁਹਾਡੇ ਲਈ ਬਹੁਤ ਬੈਨੀਫੀਸ਼ੀਅਲ ਹੈ, ਬਹੁਤ ਇੰਪੋਰਟੈਂਟ ਹੈ, ਕਿਉਂਕਿ ਇਕਨੋਮਿਕਸ ਦੇ ਥਰੂ ਹੀ ਤੁਹਾਨੂੰ ਪਤਾ ਲੱਗੇਗਾ ਕਿ ਬੈਂਕਿੰਗ ਸਿਸਟਮ ਕੀ ਹੈ। ਤੁਸੀਂ ਨੈਕਸਟ ਈਅਰ +2 ਦੇ ਵਿੱਚ ਪੜ੍ਹੋਗੇ, ਨੈਸ਼ਨਲ ਇਨਕਮ ਕੀ ਹੈ, ਬਜਟ ਕੀ ਹੈ, ਠੀਕ ਹੈ, ਬੈਲੈਂਸ ਆਫ ਪੇਮੈਂਟ ਕੀ ਹੈ, ਆਪਣੀ ਇਕੋਨਮੀ ਕਿਵੇਂ ਕੰਮ ਕਰਦੀ ਹੈ। ਜਿਹੜੇ ਬੱਚਿਆਂ ਨੇ CA ਕਰਨੀ ਹੈ, ਜੇਕਰ ਉਹ MOP ਕਰ ਰਿਹਾ ਤਾਂ ਉਹਨਾਂ ਲਈ CA ਦੀ ਲਾਈਨ ਖਤਮ ਹੋ ਜਾਏਗੀ। CA ਸਿਰਫ ਉਹੀ ਬੱਚੇ ਕਰ ਸਕਦੇ ਨੇ ਜਿਹੜੇ ਇਕਨੋਮਿਕਸ ਪੜ੍ਹਨਗੇ, ਗਵਰਨਮੈਂਟ ਨੇ ਬਣਾਈ ਤਾਂ ਹੈ। ਅੱਗੇ ਜਾ ਕੇ ਤੁਹਾਡੇ ਲਈ ਇਕਨੋਮਿਕਸ ਨਾ ਪੜ੍ਹਨ ਕਰਕੇ ਕਿਹੜੇ ਲਾਈਨਸ ਬੰਦ ਹੋਣਗੇ ਪਤਾ ਨਹੀਂ, ਬਟ ਇੰਨਾ ਹੈ ਕਿ ਜਿਹੜੇ ਬੱਚਿਆਂ ਨੇ CA ਕਰਨੀ ਹੈ ਉਹ ਫਿਰ CA ਨਹੀਂ ਕਰ ਪਾਉਣਗੇ। ਜਿਵੇਂ ਬੈਂਕਿੰਗ ਦੇ ਵਿੱਚ ਤੁਸੀਂ ਜੇਕਰ ਜੋਬ ਕਰ ਰਹੇ ਹੋ ਤਾਂ ਤੁਹਾਡੇ ਟੈਸਟ ਜੇ ਤੁਸੀਂ ਕਲੀਅਰ ਕਰਨੇ ਆ ਤਾਂ ਉਹਦੇ ਲਈ ਵੀ ਕੀ ਹੈ, ਤੁਹਾਡੇ ਲਈ ਕਾਫੀ ਬੈਨੀਫੀਸ਼ੀਅਲ ਹੈ ਇਕਨੋਮਿਕਸ ਨਾਲ ਤੁਹਾਨੂੰ ਕੀ ਟੈਸਟ ਕਲੀਅਰ ਕਰਨੇ ਕੱਲ੍ਹ ਈਜ਼ੀ ਹੋ ਜਾਣਗੇ। ਬਾਕੀ ਤੁਹਾਡੀ ਇੱਛਾ ਹੈ ਕਿ ਤੁਸੀਂ MOP ਪੜ੍ਹ ਰਹੇ ਹੋ ਜਾਂ ਬਿਜ਼ਨਸ ਇਕਨੋਮਿਕਸ ਪੜ੍ਹ ਰਹੇ ਹੋ। ਜਿਨ੍ਹਾਂ ਨੇ MOP ਲੈਣੀ ਹੈ ਚਾਹੇ ਉਹ ਇਕਨੋਮਿਕਸ ਵਾਲੇ ਵੀਡੀਓਜ਼ ਨਾ ਦੇਖਿਆ ਕਰਨ, ਅਤੇ ਜਿਨ੍ਹਾਂ ਨੇ ਇਕਨੋਮਿਕਸ ਪੜ੍ਹਨੀ ਹੈ ਉਹ ਆ ਵੀਡੀਓਜ਼ ਕੀ ਹੈ ਦੇਖ ਲਿਆ ਕਰਨ। ਓਕੇ।